हाँ जी, सत श्री अकाल सारिਆਂ ਨੂੰ। ਪੋਲੀਟੀਕਲ ਦੀਆਂ ਅਸੀਂ ਕਲਾਸਾਂ ਲਗਾ ਰਹੇ ਹਾਂ। MCQ 1500 ਤੋਂ ਪਲੱਸ MCQ ਜਿਹੜੀ ਸੀਰੀਜ਼ ਸ਼ੁਰੂ ਕੀਤੀ ਆ ਉਹਦੀ ਇਹ ਚੌਥੀ ਵੀਡੀਓ ਆ। 105 ਤੱਕ ਅਸੀਂ ਕੁਐਸਚਨ ਕਰ ਲਏ ਸੀ। ਜਿਨ੍ਹਾਂ ਨੇ ਨਹੀਂ ਕੀਤੇ, ਪਲੇਲਿਸਟ ਬਣੀ ਹੋਈ ਆ ਪੋਲੀਟੀਕਲ MCQ ਦੀ, ਪੋਲੀਟੀਕਲ ਦੀ ਅਤੇ ਹਿਸਟਰੀ ਦੀ ਵੀ ਬਣੀ ਹੋਈ ਆ, ਪੰਜਾਬੀ ਦੀ ਵੀ, ਅਤੇ ਪ੍ਰੀਵੀਅਸ ਈਅਰ ਦੇ ਪੇਪਰ ਵੀ ਮਾਸਟਰ ਕੇਡਰ ਦੇ ਪਾਏ ਹੋਏ ਨੇ, ਪੰਜਾਬੀ ਦੇ ਵੀ ਔਰ SST ਦੇ ਵੀ। ਜਿਨ੍ਹਾਂ ਨੇ ਨਹੀਂ ਦੇਖੇ ਉਹ ਵੀ ਜ਼ਰੂਰ ਦੇਖਣ। ਔਰ ਇਸ ਤੋਂ ਇਲਾਵਾ ਹੋਰ ਵੀ ਮਾਸਟਰ ਕੇਡਰ ਦੇ ਨਾਲ ਸੰਬੰਧਿਤ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ। ਔਰ PSTET ਦੀ ਇੱਕ 16 ਵੀਡੀਓਜ਼ ਦੀ ਪਲੇਲਿਸਟ ਬਣੀ ਹੋਈ ਆ, ਉਹ ਤੁਸੀਂ ਚੈੱਕ ਕਰ ਲਓ ਜਾ ਕੇ। ਅਤੇ ਆਪਣੇ ਵਿਸ਼ੇ ਦੇ ਮੁਤਾਬਕ ਉਹਨਾਂ 'ਚੋਂ ਪੋਲੀਟੀਕਲ ਦੇ ਔਰ ਹਿਸਟਰੀ ਦੇ ਸਵਾਲ ਨੇ ਜਿਹੜੇ ਉਹ ਤੁਸੀਂ ਕਰਨੇ ਨੇ। ਉਹ ਇੱਧਰ ਵੀ ਤੁਹਾਨੂੰ ਸਹਾਈ ਹੋਣਗੇ, ਠੀਕ ਹੈ ਜੀ। ਸੋ ਜਿਹੜੇ ਪਹਿਲੀ ਵਾਰ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲਾ ਆਈਕਨ ਦੱਬ ਲਿਓ ਤਾਂ ਕਿ ਸਾਰੇ ਕੁਐਸਚਨ ਆਪਾਂ ਮਤਲਬ ਤੁਹਾਡੇ ਕੋਲ ਹਰੇਕ ਵੀਡੀਓ ਪਹੁੰਚ ਜੇ। ਕੋਈ ਜ਼ਰੂਰੀ ਨੋਟੀਫਿਕੇਸ਼ਨ ਤੁਹਾਡੇ ਕੋਲ ਮਿਸ ਨਾ ਹੋਵੇ। ਟੈਲੀਗ੍ਰਾਮ ਗਰੁੱਪ ਦੇ ਵਿੱਚ ਜਿਹੜਾ ਆਪਣਾ ਪੜ੍ਹਨ ਵਾਲਾ ਮਟੀਰੀਅਲ ਆ ਉਹ ਸਾਰਾ ਭੇਜਿਆ ਜਾਊਗਾ, ਉਹ ਤੁਸੀਂ ਜੁਆਇਨ ਕਰ ਲੈਣਾ। ਉਹਦਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ, ਠੀਕ ਹੈ ਜੀ। 116 ਨੰਬਰ ਸਵਾਲ ਹੈ, ਸੰਸਦੀ ਸਰਕਾਰ ਅਤੇ ਕਾਨੂੰਨ ਦੇ ਸ਼ਾਸਨ ਦਾ ਸਿਧਾਂਤ ਕਿਸ ਦੇਸ਼ ਤੋਂ ਲਿਆ ਗਿਆ? ਸੰਸਦੀ ਸਰਕਾਰ ਅਤੇ ਕਾਨੂੰਨ ਦਾ ਸ਼ਾਸਨ ਹੋਵੇਗਾ ਦੇਸ਼ ਦੇ ਵਿੱਚ, ਠੀਕ ਹੈ। ਇਹ ਸਿਧਾਂਤ ਆ ਜਿਹੜਾ ਕਿਹੜੇ ਦੇਸ਼ ਤੋਂ ਲਿਆ ਗਿਆ? ਇਹ ਲਿਆ ਗਿਆ ਜੀ ਇੰਗਲੈਂਡ ਤੋਂ, UK ਤੋਂ। ਭਾਰਤੀ ਸੰਵਿਧਾਨ ਸਭਾ ਨੇ ਅਮਰੀਕਾ ਦੇ ਸੰਵਿਧਾਨ ਤੋਂ ਕਿਹੜੇ ਸੰਕਲਪ ਲਏ ਹਨ? ਅਮਰੀਕਾ ਤੋਂ ਕੀ ਲਿਆ ਗਿਆ? ਜ਼ਿਆਦਾਤਰ ਹਿੱਸਾ। ਜੇ ਸਭ ਤੋਂ ਵੱਧ ਪੁੱਛ ਲਿਆ ਜਾਵੇ, ਸਭ ਤੋਂ ਵੱਧ ਮਟੀਰੀਅਲ ਆ ਜਿਹੜਾ ਸੰਵਿਧਾਨ ਦਾ ਉਹ ਕਿੱਥੋਂ ਲਿਆ ਗਿਆ? ਉਹ 1935 ਦੇ ਐਕਟ ਤੋਂ ਲਿਆ ਗਿਆ। ਮੈਂ ਪਹਿਲਾਂ ਵਾਲੀ ਕਲਾਸ ਦੇ ਵਿੱਚ ਵੀ ਤੁਹਾਨੂੰ ਦੱਸ ਚੁੱਕਿਆ। ਔਰ ਉਸ ਤੋਂ ਬਾਅਦ ਜੇ ਜ਼ਿਆਦਾ ਮਟੀਰੀਅਲ ਕਿਸੇ ਪਾਸਿਓਂ ਲਿਆ ਗਿਆ ਤਾਂ ਉਹ ਲਿਆ ਗਿਆ ਜੀ ਅਮਰੀਕਾ ਤੋਂ, ਠੀਕ ਹੈ ਜੀ। ਹੁਣ ਦੇਖੋ ਜੀ, ਇਹਨਾਂ ਨੇ ਪੁੱਛਿਆ ਵੀ ਅਮਰੀਕਾ ਤੋਂ ਕੀ ਲਿਆ ਗਿਆ। ਮੌਲਿਕ ਅਧਿਕਾਰ ਵੀ ਲੈ ਗਏ ਨੇ, ਰਾਸ਼ਟਰਪਤੀ ਦੇ ਮਹਾਦੋਸ਼ ਇਹ ਵੀ ਉੱਥੋਂ ਹੀ ਲਿਆ ਗਿਆ, ਸੁਤੰਤਰ ਨਿਆਂ ਪ੍ਰਣਾਲੀ ਵੀ ਉੱਥੇ ਲਿਆ। ਉਪਰੋਕਤ ਸਾਰੇ ਸਾਡਾ ਸਹੀ ਜਵਾਬ ਹੋਵੇਗਾ। 108 ਨੰਬਰ ਕੁਐਸਚਨ ਹੈ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਸ ਦੇਸ਼ ਤੋਂ ਲਏ ਗਏ ਨੇ? ਅੱਖਾਂ ਮੀਚ ਕੇ ਆਇਰਲੈਂਡ 'ਤੇ ਲਾ ਦੇਣਾ, ਅੱਖਾਂ ਖੋਲ੍ਹ ਕੇ ਲਾ ਦਿਓ। ਚੱਲ ਅੱਖਾਂ ਮੀਚ ਕੇ ਤਾਂ ਫਿਰ ਤੁਸੀਂ ਫਰਾਂਸ 'ਤੇ ਵੀ ਲਾ ਸਕਦੇ ਹੋ। 109 ਨੰਬਰ ਕੁਐਸਚਨ ਹੈ, ਸੰਘਾਤਮਕ ਸ਼ਾਸਨ ਪ੍ਰਣਾਲੀ ਦਾ ਸਿਧਾਂਤ ਕਿਸ ਦੇਸ਼ ਤੋਂ ਲਿਆ ਗਿਆ? ਸੰਘੀ ਸੰਘ ਪ੍ਰਣਾਲੀ। ਸੰਘਾਤਮਕ ਸ਼ਾਸਨ ਪ੍ਰਣਾਲੀ ਦਾ ਸਿਧਾਂਤ ਹੈ ਜਿਹੜਾ ਜੀ ਲਿਆ ਗਿਆ ਕੈਨੇਡਾ ਤੋਂ। 110 ਨੰਬਰ ਸਵਾਲ ਹੈ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਿਧਾਂਤ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਲਿਆ ਗਿਆ? ਇਹਦੀ ਆਪਾਂ ਪੂਰੀ ਵੀਡੀਓ ਵੀ ਕਰਾਂਗੇ, ਠੀਕ ਹੈ ਨਾ, ਟੌਪਿਕ ਵਾਈਜ਼। ਜਦੋਂ ਆਪਾਂ ਥਿਊਰੀ ਕਰਾਂਗੇ ਨਾ, ਇਹ MCQ ਸਾਰੇ ਕੰਪਲੀਟ ਕਰਨ ਤੋਂ ਬਾਅਦ ਆਪਾਂ ਥਿਊਰੀ ਦੀਆਂ ਕਲਾਸਾਂ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ। ਔਰ ਉਹਦੇ 'ਚ ਟੌਪਿਕ ਵਾਈਜ਼ ਕੋਈ ਚੀਜ਼ ਆਪਾਂ ਮਿਸ ਨਹੀਂ ਕਰਦੇ, ਔਰ ਡਿਟੇਲ ਦੇ ਵਿੱਚ ਔਰ ਬੜੇ ਹੀ ਦਿਲਚਸਪ ਢੰਗ ਦੇ ਨਾਲ ਪੜ੍ਹਾਂਗੇ। ਥਿਊਰੀ ਦੀਆਂ ਕਲਾਸਾਂ ਹੋਣਗੀਆਂ ਜਿਹੜੀਆਂ ਤੁਸੀਂ ਬੋਰ ਨਹੀਂ ਹੁੰਦੇ, ਇਹ ਮੇਰਾ ਦਾਅਵਾ। ਆਸਟ੍ਰੇਲੀਆ ਤੋਂ ਲਈ ਗਈ ਆ ਜੀ ਸਮਵਰਤੀ ਸੂਚੀ, ਠੀਕ ਹੈ ਜੀ। ਰਾਜ ਸੂਚੀ, ਇੱਕ ਹੋਰ ਕਿਹੜੀ ਹੈ? ਕੇਂਦਰ ਦੀ ਸੂਚੀ ਆ, ਠੀਕ ਹੈ ਨਾ। ਇਹ ਅਲੱਗ-ਅਲੱਗ ਨੇ ਦੋਨੋਂ, ਪਰ ਜਿਹੜੇ ਦੋਨੋਂ ਸਾਂਝੇ ਵਿਸ਼ੇ ਨੇ ਜਿਨ੍ਹਾਂ 'ਤੇ ਦੋਨੋਂ ਸਰਕਾਰਾਂ ਰਲ ਮਿਲ ਕੇ ਕਾਨੂੰਨ ਬਣਾਉਂਦੀਆਂ ਨੇ, ਉਹ ਆ ਜੀ ਸਾਡੀ ਸਮਵਰਤੀ ਸੂਚੀ। ਲਈ ਕਿੱਥੋਂ ਗਈ ਆ? ਆਸਟ੍ਰੇਲੀਆ ਤੋਂ ਲਈ ਗਈ ਆ। ਸਹੀ ਮਿਲਾਨ ਕਰਨਾ 111 ਨੰਬਰ ਕੁਐਸਚਨ ਆ। ਅਤੇ ਵਾਈਮਰ ਸੰਵਿਧਾਨ, ਸੰਕਟਕਾਲੀਨ ਸ਼ਕਤੀਆਂ ਦੇ ਨਾਲ ਇਹਦਾ ਸਹੀ ਮੇਲ। ਔਰ ਸੋਵੀਅਤ ਸੰਵਿਧਾਨ ਇੱਥੋਂ ਕੀ ਲੈ ਗਏ ਨੇ? ਇਹ ਵਾਈਮਰ ਆ ਜਿਹੜਾ ਨਾ, ਵਾਈਮਰ ਸੰਵਿਧਾਨ ਇਹ ਜਰਮਨੀ ਦਾ, ਠੀਕ ਹੈ ਨਾ। ਇੱਥੋਂ ਸੰਕਟਕਾਲੀਨ ਸ਼ਕਤੀਆਂ ਲਈਆਂ ਗਈਆਂ ਨੇ। ਇਹ ਪਿਛਲੇ
ਆਪਣੇ ਜਿਹੜੀ ਪੰਜਾਬ ਪੁਲਿਸ ਦੇ ਪੇਪਰ ਹੋਏ ਨੇ ਉਹਨਾਂ ਦੇ ਵਿੱਚ ਆਇਆ ਵੀ ਸੀ, ਠੀਕ ਹੈ ਨਾ। ਅਤੇ ਵਾਈਮਰ ਤੋਂ ਕਨਫਿਊਜ਼ ਨਹੀਂ ਹੋਣਾ। ਇਹ ਜਰਮਨੀ ਤੋਂ ਸੰਕਟਕਾਲੀਨ ਸਥਿਤੀਆਂ ਲਈਆਂ ਨੇ, ਵਾਈਮਰ ਨਾਲ ਸੰਬੰਧ ਉਹਦੇ ਨਾਲ ਸੰਬੰਧਿਤ ਹੈ। ਔਰ ਸੋਵੀਅਤ ਸੰਵਿਧਾਨ, ਸੋਵੀਅਤ ਸੰਘ USA, ਜਿੱਥੋਂ ਅਸੀਂ ਮੌਲਿਕ ਕਰਤੱਵ ਲਏ ਨੇ, ਨਾ ਸੋਰੀ ਸੋਵੀਅਤ, ਇਹ ਆਪਣਾ ਆ ਗਿਆ ਜੀ ਇੱਥੋਂ, ਜਿੱਥੋਂ ਫੰਡਾਮੈਂਟਲ ਡਿਊਟੀਜ਼ ਲਈਆਂ ਨੇ, ਮੌਲਿਕ ਕਰਤੱਵ ਕਿੱਥੋਂ ਲਈਆਂ ਨੇ ਇਹ, ਸੋਵੀਅਤ ਸੰਘ, ਰੂਸ ਜਾਂ ਰਸੀਆ, ਠੀਕ ਹੈ। ਔਰ ਫਰਾਂਸ ਦਾ ਸੰਵਿਧਾਨ ਆ ਜੀ, ਇੱਥੋਂ ਕੀ ਲਈ ਗਈ ਹੈ ਜੀ, ਗਣਤੰਤਰ ਵੀ ਸਾਡਾ ਦੇਸ਼ ਹੈ, ਇੱਕ ਗਣਤੰਤਰ ਹੋਵੇਗਾ, ਪ੍ਰਸਤਾਵਨਾ ਉਹਦੀ ਹੋਵੇਗੀ। ਅਤੇ ਦੱਖਣੀ ਅਫਰੀਕਾ ਦਾ ਸੰਵਿਧਾਨ ਆ ਜਿਹੜਾ, ਉੱਥੋਂ ਸੋਧ ਕਰਨ ਦੀ ਵਿਧੀ ਲਈ ਹੈ ਕਿ ਸੰਵਿਧਾਨ ਦੇ ਵਿੱਚ ਸੋਧ ਕਿੱਦਾਂ ਕਰਨੀ ਆ, ਇਹ ਕਿੱਥੋਂ ਲਿਆ ਗਈ ਹੈ, ਦੱਖਣੀ ਅਫਰੀਕਾ ਤੋਂ ਲਿਆ ਗਿਆ। 112 ਨੰਬਰ ਕੁਐਸਚਨ, ਆ ਜਾ ਭੱਜਦਾ ਕਿੱਥੇ ਆ, ਹੁਣ ਨਹੀਂ ਭੱਜਣ ਦਿੰਦੇ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਆਰੰਭ ਕਿਹੜੇ ਸ਼ਬਦਾਂ ਨਾਲ ਹੋਇਆ? ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਇਹ ਤਾਂ। ਅਸੀਂ ਭਾਰਤ ਦੇ ਲੋਕ, ਸੰਵਿਧਾਨ ਪ੍ਰਸਤਾਵਨਾ ਤੋਂ ਸ਼ੁਰੂ ਹੁੰਦਾ। ਪ੍ਰਸਤਾਵਨਾ ਕਿੱਥੋਂ ਸ਼ੁਰੂ ਹੁੰਦੀ ਹੈ? ਅਸੀਂ ਭਾਰਤ ਦੇ ਲੋਕ। ਭਾਰਤੀ ਪ੍ਰਸਤਾਵਨਾ ਵਿੱਚ ਮੂਲ ਰੂਪ ਵਿੱਚ ਸ਼ਾਮਿਲ ਸੀ, ਕੀ ਸੀ ਮੂਲ ਰੂਪ ਦੇ ਵਿੱਚ? ਜਦੋਂ ਮਤਲਬ ਬਣਾਈ ਸੀ ਉਦੋਂ ਹੀ ਸ਼ਾਮਿਲ ਸੀ, ਜਿਹੜੀ ਚੀਜ਼ ਬਾਅਦ ਵਿੱਚ ਨਹੀਂ ਸ਼ਾਮਿਲ ਕਰੀ ਗਈ ਉਦੋਂ ਹੀ ਸ਼ਾਮਿਲ ਸੀ। ਪ੍ਰਭੂ ਸੱਤਾ ਸੰਪੰਨ ਰਾਜ, ਲੋਕਤੰਤਰੀ ਰਾਜ, ਗਣਰਾਜ, ਚਾਹੇ ਇਹ ਤਿੰਨੋਂ ਚੀਜ਼ਾਂ ਸ਼ਾਮਿਲ ਸੀ। ਉਪਰੋਕਤ ਸਾਰੇ ਸਾਡਾ ਆਨਸਰ ਬਣ ਗਿਆ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੋਧ ਕਦੋਂ ਹੋਈ? ਵੀਡੀਓ ਨੂੰ ਪਾਊਜ਼ ਕਰਕੇ ਮੈਨੂੰ ਕਮੈਂਟ ਕਰਕੇ ਦੱਸੋ ਕਿ ਪ੍ਰਸਤਾਵਨਾ ਦੇ ਵਿੱਚ ਸੋਧ ਕਿੰਨੇ ਵਾਰ ਹੋਈ ਆ। ਇੰਪੋਰਟੈਂਟ ਸਵਾਲ ਆ, ਕਦੋਂ ਹੋਈ? ਆਨਸਰ ਮੈਂ ਤਾਂ ਹੁਣੀ ਦੱਸ ਦਿੰਦਾ, ਇਮਾਨਦਾਰੀ ਦੇ ਨਾਲ ਦੱਸਿਓ। ਔਰ ਜਿਹੜੇ ਵੀ ਕੁਐਸਚਨ ਦਾ ਤੁਹਾਨੂੰ ਆਨਸਰ ਪੁੱਛਿਆ ਜਾਵੇਗਾ ਜਾਂ ਜਿਹਦੇ ਨਾਲ ਸੰਬੰਧਿਤ ਕੋਈ ਗੱਲ ਕਰੀ ਜਾਊਗੀ, ਉਹਦਾ ਆਨਸਰ ਤੁਸੀਂ ਕੁਐਸਚਨ ਦਾ ਨੰਬਰ ਪਾ ਕੇ, ਪੁਆਇੰਟ ਪਾ ਕੇ ਫਿਰ ਆਨਸਰ ਦੇਣਾ, ਤਾਂ ਕਿ ਪਤਾ ਲੱਗੇ ਤੁਸੀਂ ਕਿਹੜੇ ਸਵਾਲ ਦੇ ਨਾਲ ਸੰਬੰਧਿਤ ਗੱਲ ਕਰ ਰਹੇ ਹੋ, ਠੀਕ ਹੈ ਨਾ। ਇੱਕੋ ਵਾਰ ਪ੍ਰਸਤਾਵਨਾ ਦੇ ਵਿੱਚ ਹੁਣ ਤੱਕ ਇੱਕੋ ਵਾਰ ਸੋਧ ਹੋਈ ਹੈ ਜੀ, 42ਵੀਂ ਸੋਧ 1976, ਠੀਕ ਹੈ ਜੀ। 42ਵੀਂ ਸੋਧ ਸੀ 1976, ਜਿਹਨੂੰ ਕਿ ਇੰਦਰਾ ਦਾ ਸੰਵਿਧਾਨ ਵੀ ਕਿਹਾ ਜਾਂਦਾ, 42ਵੀਂ ਸੋਧ। ਔਰ ਮਿੰਨੀ ਸੰਵਿਧਾਨ ਵੀ ਕਿਹਾ ਜਾਂਦਾ, ਲਘੂ ਸੰਵਿਧਾਨ ਕਿਹਾ ਜਾਂਦਾ ਹੈ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਹੜੀ ਸੋਧ ਕੀਤੀ ਗਈ? ਹੁਣੀ ਦੱਸਿਆ ਜੀ, 42ਵੀਂ ਸੋਧ ਕਦੋਂ ਹੋਈ? 1976 ਦੇ ਵਿੱਚ। 116 ਨੰਬਰ ਕੁਐਸਚਨ ਹੈ, ਭਾਰਤ ਨੇ ਗਹਿਰੀ ਨਾਗਰਿਕਤਾ ਦੇ ਸਿਧਾਂਤ ਦਾ ਸੰਕਲਪ ਕਿਸ ਦੇਸ਼ ਤੋਂ ਲਿਆ? ਗਹਿਰੀ ਨਾਗਰਿਕਤਾ ਇਹ ਕਿੱਥੋਂ ਲਿਆ ਜੀ? ਇੰਗਲੈਂਡ ਤੋਂ। ਦੋਹਰੀ ਨਾਗਰਿਕਤਾ ਵਾਲਾ ਦੇਸ਼ ਚੁਣੋ। ਜਿੱਥੇ ਦੋਹਰੀ ਨਾਗਰਿਕਤਾ ਮਿਲਦੀ ਹੈ। ਦੱਸੋ ਵੀ, ਕਮੈਂਟ ਕਰਕੇ ਦੱਸੋ। ਬੜਾ ਆਸਾਨ ਸਵਾਲ ਆ। 117 ਨੰਬਰ, ਇਹਦਾ ਰਾਈਟ ਆਨਸਰ ਤੁਹਾਨੂੰ ਮੈਂ ਪਿੰਨ ਕਰ ਦੇਵਾਂਗਾ। ਇਹਦਾ ਆਨਸਰ ਮੈਂ ਨਹੀਂ ਦੱਸਣਾ, ਇਹਦਾ ਆਨਸਰ ਤੁਸੀਂ ਦੱਸੋਗੇ। ਬਹੁਤ ਸੌਖਾ ਸਵਾਲ ਆ, ਪਤਾ ਹੋਣਾ ਚਾਹੀਦਾ ਤੁਹਾਨੂੰ, ਠੀਕ ਹੈ। ਵੀ ਭਾਰਤ ਹੈ, ਅਮਰੀਕਾ ਜਾਂ ਇੰਗਲੈਂਡ ਹੈ? ਕਿਹੜਾ ਸਵਾਲ ਆ? ਇਹਦਾ ਸਹੀ ਆਨਸਰ ਹੈ ਕਿਹੜਾ ਹੈਗਾ? ਕਮੈਂਟ ਕਰਕੇ ਤੁਸੀਂ ਦੱਸੋਗੇ। 118 ਨੰਬਰ ਕੁਐਸਚਨ ਆ ਗਿਆ ਜੀ, 1976 ਵਿੱਚ ਕੀਤੀ 42ਵੀਂ ਸੰਵਿਧਾਨਕ ਸੋਧ ਰਾਹੀਂ ਕਿਹੜੇ ਕਿਹੜੇ ਸ਼ਬਦ ਭਾਰਤ ਦੀ ਪ੍ਰਸਤਾਵਨਾ ਵਿੱਚ ਨਵੇਂ ਸ਼ਾਮਲ ਕੀਤੇ ਗਏ? ਧਰਮ ਨਿਰਪੱਖਤਾ, ਸਮਾਜਵਾਦ, ਰਾਸ਼ਟਰੀ ਏਕਤਾ, ਇਹ ਸਾਰੇ ਸ਼ਾਮਲ ਕੀਤੇ ਗਏ। ਉਪਰੋਕਤ ਸਾਰੇ ਇਹਦਾ ਰਾਈਟ ਆਨਸਰ ਬਣ ਗਿਆ। 119 ਨੰਬਰ ਕੁਐਸਚਨ 'ਤੇ ਆ ਜਾਓ। ਭਾਰਤੀ ਨਾਗਰਿਕਾਂ ਦੇ ਲਈ ਵੋਟ ਦੇ ਅਧਿਕਾਰ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ, ਠੀਕ ਹੈ। 1999 ਵਿੱਚ ਕਿਸ ਐਕਟ ਦੇ ਤਹਿਤ ਕੀਤੀ ਗਈ ਹੈ? ਦੱਸੋ ਵੀ। ਜਿਹੜੇ ਮੈਂ ਕੁਝ ਸਕਿੰਟ ਰੁਕਦਾ ਹੁੰਦਾ ਨਾ, ਇਹ ਤੁਹਾਨੂੰ ਗੈਸ ਕਰਨ ਦੇ ਲਈ ਹੁੰਦਾ, ਅਦਰਵਾਈਜ਼ ਤਾਂ ਮੈਂ ਬਹੁਤ ਫਾਸਟ ਕਰਵਾ ਕੇ ਲੰਘ ਸਕਦਾ।
ਤੇ ਉਹ ਫਾਰਮੈਲਿਟੀ ਜੀ ਨਹੀਂ ਆਪਾਂ ਕਰਨੀ, ਵਧੀਆ ਤਰੀਕੇ ਨਾਲ ਸਾਰੀਆਂ ਕਲਾਸਾਂ ਲਾਉਣੀਆਂ ਨੇ। 119 ਨੰਬਰ ਦਾ ਰਾਈਟ ਆਨਸਰ ਹੈ ਜੀ 1988 ਦੀ 61ਵੀਂ ਸੋਧ। ਹੁਣ ਤੁਸੀਂ ਕਹੋਗੇ ਵੀ ਜੇ ਧਿਆਨ ਨਾਲ ਤੁਸੀਂ ਕੁਐਸਚਨ ਨੂੰ ਦੇਖਿਆ ਹੋਵੇ ਤਾਂ ਵੀ ਇੱਥੇ 1999 ਕਿਉਂ ਲਿਖਿਆ। ਜਿਹੜੀ ਸੋਧ ਹੋਈ ਸੀ ਇਹ 1988 ਦੇ ਵਿੱਚ ਹੋਈ ਸੀ, ਠੀਕ ਹੈ। ਸੋਧ ਨੰਬਰ ਕਿੰਨਾ ਸੀ 61। ਇਹਨੂੰ ਲਾਗੂ ਕਰ ਦਿੱਤਾ ਗਿਆ ਸੀ 1999 ਦੇ ਵਿੱਚ। 1999 ਦੇ ਵਿੱਚ ਜਾਣ ਦੀ 21 ਸਾਲ ਤੋਂ ਘਟਾ ਕੇ 18 ਸਾਲ ਹੋ ਗਈ ਸੀ। 18 ਸਾਲ ਵਾਲੇ ਬੋਰਡ ਪਾਉਣ ਲੱਗ ਗਏ, ਸ਼ੁਰੂ ਹੋ ਗਿਆ ਸੀ ਕੰਮ। ਹੇਠਾਂ ਦਿੱਤਿਆਂ ਦਾ ਸਹੀ ਮਿਲਾਨ ਕਰੋ। ਪਹਿਲੀ ਅਨੁਸੂਚੀ ਦੇ ਵਿੱਚ ਕੀ ਹੈ? ਜੇ ਪਹਿਲਾਂ ਨਹੀਂ ਪਤਾ ਹੁੰਦਾ ਨਾ, ਇਹਨੂੰ ਤੁਸੀਂ ਪੜ੍ਹ ਲੈਣਾ, ਚੰਗੀ ਤਰ੍ਹਾਂ ਦੇਖ ਲਓਗੇ, ਫਿਰ ਤੁਹਾਨੂੰ ਪਤਾ ਲੱਗ ਜਾਣਾ। ਜੇ ਤੁਹਾਨੂੰ 1 2 ਵੀ ਪਤਾ ਹੋਏ ਜਾਂ ਕਈ ਵਾਰ 3 ਪਤਾ ਹੁੰਦੇ ਆ, ਫਿਰ ਗੱਲ ਬਣ ਜਾਂਦੀ ਹੈ, ਠੀਕ ਹੈ ਨਾ। ਪਹਿਲਾਂ ਤਾਂ ਤੋਂ ਕਨਫਿਊਜ਼ ਨਹੀਂ ਹੋਣਾ, ਸਾਰੇ ਇੱਕ ਵਾਰੀ ਪੜ੍ਹ ਲੈਣੇ। ਇਸ ਤਰ੍ਹਾਂ ਦਾ ਕੁਐਸਚਨ ਹੈ ਜਿਹੜਾ ਇਹ ਲਾਜ਼ਮੀ ਆਉਂਦਾ ਹੁੰਦਾ, ਕਿਉਂਕਿ ਇਹ ਟਾਈਮ ਜ਼ਿਆਦਾ ਖਾਂਦੇ ਆ। ਐਗਜ਼ਾਮੀਨਰ ਨੇ ਜਿਹੜਾ ਪੇਪਰ ਸੈਟਰ ਆ ਸਾਡਾ, ਉਹਨੇ ਵੀ ਦਿਮਾਗ ਲਾ ਕੇ ਇਹੀ ਸਵਾਲ ਸੀਟੈਟ ਦੇ ਵਿੱਚ ਅਕਸਰ ਹੀ ਜ਼ਿਆਦਾਤਰ ਇਹੋ ਜਿਹੇ ਸਵਾਲ ਪੁੱਛੇ ਜਾਂਦੇ ਨੇ। ਇਹ ਸਵਾਲ ਸਮਾਂ ਜ਼ਿਆਦਾ ਖਾਂਦੇ ਆ, ਠੀਕ ਹੈ ਨਾ। ਸਸਪੈਂਸ ਦੇ ਵਿੱਚ ਤਾਂ ਅਸੀਂ 4 ਸਿੰਪਲ ਆਪਸ਼ਨਾਂ ਦੇ ਵਿੱਚ ਪੈ ਜਾਂਦੇ ਹਾਂ, ਜਦੋਂ ਇਹਨਾਂ ਨੂੰ ਪੜ੍ਹਨਾ ਪੈ ਜਾਂਦਾ ਥੋੜ੍ਹਾ ਜਿਹਾ ਹੋਰ ਉਲਝ ਜਾਂਦੇ ਹਾਂ। ਇਸੇ ਕਰਕੇ ਇਹ ਸਵਾਲ ਜ਼ਿਆਦਾ ਦਿੱਤੇ ਜਾਂਦੇ ਨੇ। ਅਤੇ ਇਹਦਾ ਰਾਈਟ ਆਨਸਰ ਹੁਣ ਦੇਖਦੇ ਹਾਂ। ਪਹਿਲੀ ਅਨੁਸੂਚੀ ਦੇ ਵਿੱਚ ਕੀ ਹੈ ਜੀ? ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੰਬੰਧੀ ਹੈ ਇਹ, ਠੀਕ ਹੈ। ਅਤੇ ਦੂਜੀ ਅਨੁਸੂਚੀ ਦੇ ਵਿੱਚ ਕੀ ਹੈ? ਰਾਸ਼ਟਰਪਤੀ ਰਾਜਪਾਲ ਦੀਆਂ ਤਨਖਾਹਾਂ ਦੇ ਭੱਤੇ ਨੇ। ਤੀਜੀ ਅਨੁਸੂਚੀ ਦੇ ਵਿੱਚ ਕੀ ਆ? ਸਹੁੰ ਚੁੱਕਣ ਸੰਬੰਧੀ ਆ, ਸਹੁੰਆਂ ਬਾਰੇ ਦੱਸਿਆ ਗਿਆ, ਇਹਨੂੰ ਕੌਣ ਸਹੁੰ ਚੁਕਾਊਗਾ, ਠੀਕ ਹੈ। ਚੌਥੀ ਅਨੁਸੂਚੀ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਕੀਤੀ ਗਈ ਹੈ। ਆ ਫਿਰ ਆ ਗਿਆ ਜੀ ਅੱਗੇ ਸਹੀ ਮਿਲਾਨ ਕਰੋ। 121 ਨੰਬਰ ਕੁਐਸਚਨ। 7ਵੀਂ ਅਨੁਸੂਚੀ ਦੇ ਵਿੱਚ ਕੀ ਹੈ? ਸੱਤਵੀਂ ਅਨੁਸੂਚੀ ਦੇ ਵਿੱਚ ਕੀ ਹੈ? ਹਾਂਜੀ, 7ਵੀਂ ਅਨੁਸੂਚੀ ਹੈ ਜਿਹੜੀ, ਇਹਦੇ 'ਚ ਹੀ ਸ਼ਕਤੀਆਂ ਦੀ ਵੰਡ ਕੀਤੀ ਬਾਰੇ ਦੱਸਿਆ ਗਿਆ। 8ਵੀਂ ਅਨੁਸੂਚੀ ਦੇ ਵਿੱਚ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ, ਠੀਕ ਹੈ। 22 ਭਾਸ਼ਾਵਾਂ ਨੂੰ ਸੰਵਿਧਾਨ ਦੇ ਵਿੱਚ ਮਾਨਤਾ ਦਿੱਤੀ ਗਈ ਹੈ। 23ਵੀਂ ਭਾਸ਼ਾ ਦੀ ਹਜੇ ਗੱਲ ਚੱਲ ਰਹੀ ਹੈ। ਅਤੇ 11ਵੀਂ ਅਨੁਸੂਚੀ ਹੈ ਜਿਹੜੀ, ਇਹ ਪੰਚਾਇਤੀ ਰਾਜ ਦੇ ਨਾਲ ਸੰਬੰਧਿਤ ਹੈ। 12ਵੀਂ ਹੈ ਜਿਹੜੀ, ਉਹ ਨਗਰ ਨਿਗਮ ਨਗਰ ਪਾਲਿਕਾ ਉਹਨਾਂ ਨਾਲ ਸੰਬੰਧਿਤ ਹੈ, ਠੀਕ ਹੈ। 11ਵੀਂ ਪੰਚਾਇਤੀ ਰਾਜ ਨਾਲ, 12ਵੀਂ ਮਤਲਬ ਇਹ ਤੋਂ ਉੱਚਾ ਉਹਦਾ ਜਿਹੜਾ ਪੰਚਾਇਤੀ ਰਾਜ ਤੋਂ ਬਾਅਦ ਸ਼ਹਿਰਾਂ ਵਾਲਾ ਆ ਜਾਂਦਾ ਨਾ, ਨਗਰ ਪਾਲਿਕਾਵਾਂ, ਉਹਦੇ ਨਾਲ 12ਵੀਂ ਅਨੁਸੂਚੀ ਸੰਬੰਧਿਤ ਆ। 10ਵੀਂ ਦੇ ਵਿੱਚ ਮੈਂਬਰਾਂ ਦੀਆਂ ਯੋਗਤਾਵਾਂ ਸੰਬੰਧੀ ਆ, ਠੀਕ ਹੈ। 122 ਨੰਬਰ ਕੁਐਸਚਨ ਹੈ ਜੀ, ਕਿਸ ਅਨੁਸੂਚੀ ਵਿੱਚ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਲਈ ਵਿਸ਼ੇਸ਼ ਪ੍ਰਸ਼ਾਸਨ ਦੀ ਵਿਵਸਥਾ ਕੀਤੀ ਗਈ ਹੈ? ਛੇਵੀਂ ਅਨੁਸੂਚੀ ਦੇ ਵਿੱਚ ਕੀਤੀ ਗਈ ਹੈ। ਪਹਿਲਾਂ ਅਨੁਸੂਚੀਆਂ ਸੀਗੀਆਂ 8 ਸੰਵਿਧਾਨ ਦੇ ਮੂਲ ਰੂਪ ਦੇ ਵਿੱਚ ਸ਼ੁਰੂ ਦੇ ਵਿੱਚ, ਬਾਅਦ ਵਿੱਚ ਇਹਨਾਂ ਦੀ ਗਿਣਤੀ ਕਿੰਨੀ ਹੋ ਗਈ? 12, ਠੀਕ ਹੈ। ਸਾਰੀਆਂ ਅਨੁਸੂਚੀਆਂ ਵੀ ਆਪਾਂ ਇੱਕ ਵੀਡੀਓ ਇਹਦੇ ਲਈ ਜਦੋਂ ਟੌਪਿਕ ਵਾਈਜ਼ ਸਟਾਰਟ ਹੋ ਗਏ ਨਾ, ਉਦੋਂ ਸਾਰੀਆਂ ਅਨੁਸੂਚੀਆਂ ਬਾਰੇ ਪੜ੍ਹਾਂਗੇ। ਬਹੁਤ ਹੀ ਵਧੀਆ ਢੰਗ ਦੇ ਨਾਲ ਪੜ੍ਹਾਂਗੇ, ਤੁਸੀਂ ਆਪ ਹੀ ਤੁਹਾਡੀ ਰੂਹ ਖੁਸ਼ ਹੋਊਗੀ। ਮੈਂ ਤਾਂ ਪੜ੍ਹਨਾ ਹੀ ਅਤੇ ਪੜ੍ਹਾਉਣਾ ਉਹ ਚੀਜ਼ ਨੂੰ ਹੀ ਮੰਨਦਾ ਜਿਹਦੇ ਨਾਲ ਪੜ੍ਹਨ ਵਾਲੇ ਦੀ ਰੂਹ ਖੁਸ਼ ਹੋ ਜੇ, ਉਹ ਤਾਂ ਅੰਦਰ ਆਪਦੇ ਆਪ ਕਹੇ ਵੀ ਹਾਂ ਵੀ ਵਾਕਈ ਗੱਲ ਦੇ ਵਿੱਚ ਦਮ ਆ, ਠੀਕ ਆ ਨਾ। ਉਹਨੂੰ ਇਹ ਜੇ ਮੈਂ ਅੱਧਾ ਘੰਟਾ ਕਹਿ ਕੇ ਕਲਾਸ ਸ਼ੁਰੂ ਕਰਤੀ ਤਾਂ ਘੰਟਾ ਕਦੋਂ ਲੰਘ ਗਿਆ ਉਹਨੂੰ ਪਤਾ ਹੀ ਨਾ ਲੱਗੇ। ਕਿਉਂਕਿ ਪੜ੍ਹਾਈ ਇੱਕ ਮਜ਼ਾ ਹੈ, ਪੜ੍ਹਾਈ ਕੋਈ ਸਜ਼ਾ ਨਹੀਂ ਹੈ, ਠੀਕ ਹੈ ਨਾ। ਇਹਨੂੰ ਇੰਜੋਏ ਕਰਦੇ ਹੋਏ ਪੜ੍ਹਾਂਗੇ ਥਿਊਰੀ ਦੀਆਂ ਕਲਾਸਾਂ ਦੇ ਵਿੱਚ। ਅਤੇ ਹੁਣ ਆਪਾਂ ਫਟਾਫਟ MCQ ਨੇ ਜਿਹੜੇ ਉਹ ਕੰਪਲੀਟ ਕਰ ਲਈਏ। 123 ਨੰਬਰ ਕੁਐਸਚਨ ਹੈ ਜੀ, ਅਨੁਸੂਚਿਤ ਕਬੀਲਿਆਂ ਦੇ ਵਿਸ਼ੇਸ਼ ਪ੍ਰਸ਼ਾਸਨ ਦੀ ਵਿਵਸਥਾ ਦਾ ਵਰਣਨ ਕਿਸ ਅਨੁਸੂਚੀ ਵਿੱਚ ਮਿਲਦਾ ਹੈ?
5ਵੀਂ ਅਨੁਸੂਚੀ ਦੇ ਵਿੱਚ। ਹੁਣੇ ਦੱਸਿਆ ਨਾ ਪਿੱਛੇ 7ਵੀਂ ਦੇ ਵਿੱਚ ਕੀ ਸੀਗੀ, ਸ਼ਕਤੀਆਂ ਦੀ ਵੰਡ ਕੀਤੀ ਗਈ ਸੀ। 6ਵੀਂ ਦੇ ਵਿੱਚ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਲਈ ਵਿਸ਼ੇਸ਼ ਪ੍ਰਸ਼ਾਸਨ ਦੀ ਵਿਵਸਥਾ ਕੀਤੀ ਗਈ ਹੈ, ਜਿਹੜਾ ਹੁਣ ਉੱਪਰ ਆਪਾਂ ਕੁਐਸਚਨ ਪੜ੍ਹਿਆ, ਠੀਕ ਹੈ ਨਾ। 12ਵੀਂ ਅਨੁਸੂਚੀ ਦੇ ਵਿੱਚ ਨਗਰ ਪਾਲਿਕਾ, ਨਗਰ ਨਿਗਮ ਉਹਨਾਂ ਬਾਰੇ ਹੈ, ਦੱਸਿਆ ਹੀ ਹੈ ਤੁਹਾਨੂੰ। ਮਿਊਸੀਪਲ ਨੇ ਜਿਹੜੇ ਮਿਊਸੀਪਲ ਕਮੇਟੀਆਂ ਵਗੈਰਾ ਆਪਣੇ ਸ਼ਹਿਰਾਂ ਦੇ ਵਿੱਚ ਬਣਦੀਆਂ ਜੀ, ਉਹਨਾਂ ਨਾਲ ਸੰਬੰਧਿਤ ਹੈ। ਜੋ ਅੱਗੇ ਚੱਲਦੇ ਹਾਂ ਜੀ 124 ਨੰਬਰ ਕੁਐਸਚਨ 'ਤੇ। ਲਓ ਲੈ ਆਈ ਗਿਆ, ਉਹੀ ਕੁਐਸਚਨ ਆ ਗਿਆ। 12ਵੀਂ ਅਨੁਸੂਚੀ ਰਾਹੀਂ ਮਿਊਸੀਪੈਲਿਟੀਜ਼ ਦੀਆਂ ਸ਼ਕਤੀਆਂ ਅਤੇ ਕੰਮਾਂ ਦੀ ਵਿਵਸਥਾ ਕਦੋਂ ਕੀਤੀ ਗਈ? ਇਹ ਸੀਗੀ ਜੀ ਸਾਡੀ 74ਵੀਂ ਸੋਧ 1992 ਦੇ ਵਿੱਚ, ਠੀਕ ਹੈ। ਸਹੀ ਮਿਲਾਨ ਫੇਰ ਕਰਨਾ। ਇਧਰ ਆਰਟੀਕਲ ਨੇ 5 ਤੋਂ 11, 12 ਤੋਂ 35, 36 ਤੋਂ 51, 52 ਤੋਂ 151। ਇਹ ਆਰਟੀਕਲ ਕਿਹਦੇ ਨਾਲ ਸੰਬੰਧਿਤ ਨੇ? ਠੀਕ ਹੈ ਜੀ, ਸੋ ਧਿਆਨ ਦਿਓ, ਇੰਪੋਰਟੈਂਟ ਸਵਾਲ ਹੈ ਇਹ ਵੀ। ਵੈਸੇ ਸਾਰੇ ਇੰਪੋਰਟੈਂਟ ਸਵਾਲ ਆਪਾਂ ਕਰ ਰਹੇ ਹਾਂ। ਸਵਾਲ ਇਹਨੂੰ ਹੱਲ ਕਰਦੇ ਹਾਂ। 5 ਤੋਂ 11 ਤੱਕ ਨਾਗਰਿਕਤਾ ਬਾਰੇ ਦੱਸਿਆ ਗਿਆ, ਠੀਕ ਹੈ ਜੀ। ਇਹ ਆਰਟੀਕਲ ਨੇ ਜਿਹੜੇ ਇਹ ਨਾਗਰਿਕਤਾ ਦੇ ਨਾਲ ਸੰਬੰਧਿਤ ਨੇ। ਔਰ 12 ਤੋਂ ਲੈ ਕੇ 35 ਤੱਕ ਸਾਡੇ ਮੌਲਿਕ ਅਧਿਕਾਰ ਨੇ ਇਹਦੇ ਵਿੱਚ, ਠੀਕ ਹੈ। ਸਾਰੇ ਧਾਰਮਿਕ ਸੁਤੰਤਰਤਾ ਦਾ, ਸ਼ੋਸ਼ਣ ਵਿਰੋਧ ਅਧਿਕਾਰ, ਸਮਾਨਤਾ ਦਾ, ਸਾਰੇ ਅਧਿਕਾਰ 12 ਤੋਂ 35 ਤੱਕ ਮੌਲਿਕ ਅਧਿਕਾਰ ਆ ਗਏ। 36 ਤੋਂ 51 ਤੱਕ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਆ ਗਏ, ਠੀਕ ਹੈ। ਔਰ ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਨੇ ਨਾ ਸਾਡੀਆਂ, ਇਹ ਦੇਖੋ 36 ਤੋਂ 51 ਤੱਕ ਦਾ ਰਾਜਨੀਤੀ ਦੇ ਨਿਰਦੇਸ਼ ਸਿਧਾਂਤ ਆ ਗਏ। 51 ਏ ਦੇ ਵਿੱਚ 51 ਏ ਦੇ ਵਿੱਚ ਸ਼ੁਰੂ ਹੋ ਜਾਂਦੇ ਆ ਸਾਡੀ ਫੰਡਾਮੈਂਟਲ ਡਿਊਟੀਜ਼। ਕਿੱਥੋਂ ਲਈਆਂ ਨੇ ਕਮੈਂਟ ਕਰਕੇ ਦੱਸ ਦਿਓ, ਤੁਹਾਨੂੰ ਪਹਿਲਾਂ ਦੱਸ ਕੇ ਹਟਿਆ। ਅਤੇ ਰਹਿ ਗਿਆ ਜੀ 52 ਤੋਂ 151 ਤੱਕ, ਇਹ ਸੰਘੀ ਸਰਕਾਰ ਦੇ ਨਾਲ ਸੰਬੰਧਿਤ ਨੇ। ਬਹੁਤ ਡਿਟੇਲ 'ਚ ਪੜ੍ਹਾਂਗੇ ਆਪਾਂ ਅਸੀਂ। ਦੇਖੋ ਕਈ ਵਾਰ ਸੰਘੀ ਸਰਕਾਰ ਹੁੰਦੀ ਕੀ ਆ, ਠੀਕ ਹੈ ਨਾ। ਸੰਘਾਤਮਕ ਸਰਕਾਰਾਂ, ਪ੍ਰਧਾਨਾਤਮਕ ਸਰਕਾਰਾਂ, ਸਾਰਾ ਕੁਛ ਡਿਟੇਲ 'ਚ ਪੜ੍ਹਾਂਗੇ ਆਪਾਂ ਵਧੀਆ ਤਰੀਕੇ ਦੇ ਨਾਲ। ਆਰਟੀਕਲ 5 ਤੋਂ ਲੈ ਕੇ 11 ਤੱਕ ਦਾ ਸੰਬੰਧਿਤ ਕਿਸ ਦੇ ਨਾਲ ਹੈ? ਲੈ ਹੁਣੇ ਤਾਂ ਪੜ੍ਹਿਆ, ਇੱਥੇ ਆ ਕੇ ਕਿਹੜਾ ਸੰਬੰਧ ਬਦਲ ਗਏ? ਇੱਥੇ ਵੀ ਇਹਦਾ ਸੰਬੰਧ ਜੀ ਨਾਗਰਿਕਤਾ ਦੇ ਨਾਲ ਹੀ ਰਹਿਣਾ 5 ਤੋਂ 11 ਤੱਕ। ਹੁਣ ਤੁਹਾਨੂੰ ਥੋੜ੍ਹਾ ਜਿਹਾ ਸ਼ਾਇਦ ਔਖਾ ਲੱਗਦਾ ਹੋਣਾ, ਪਰ ਜਦੋਂ ਆਪਣੇ ਨਾਲ ਜੁੜੇ ਰਹੋਗੇ ਥੋੜ੍ਹੇ ਟਾਈਮ ਨੂੰ ਤੁਸੀਂ ਉਂਗਲਾਂ ਦੇ ਪੋਟਿਆਂ 'ਤੇ ਗਿਣਿਆ ਕਰੋਗੇ। ਇਹ ਆਰਟੀ ਖਲ ਜੇ ਇਹਦਾ ਭੱਜੇ ਫਿਰਨਗੇ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਆਰਟੀਕਲ ਕਿਸ ਆਰਟੀਕਲ ਦੇ ਅੰਤਰਗਤ ਮਿਲਦਾ ਹੈ? ਕਿਹਦੇ ਮਿਲਦਾ ਜੀ? 36 ਤੋਂ 51 ਤੱਕ। ਜਿਨ੍ਹਾਂ ਕੋਲ ਇਹ ਕਿਤਾਬ ਆ ਉਹ ਸਹੀ ਕਰ ਲੈਣ, ਇਹਦੇ 'ਤੇ ਗਲਤ ਦਿੱਤਾ ਹੋਇਆ ਸੀ। ਠੀਕ ਹੈ ਜੀ। ਮੌਲਿਕ ਕਰਤੱਵਾਂ ਦਾ ਵਰਣਨ ਕਿਹੜੇ ਆਰਟੀਕਲ ਦੇ ਅਧੀਨ ਮਿਲਦਾ ਹੈ? ਲੈ ਹੁਣੇ ਦੱਸ ਕੇ ਹਟਿਆ ਤਾਂ ਕਮਾਲ ਅੰਤਰਜਾਮੀ ਬਣ ਗਿਆ ਮੈਨੂੰ ਲੱਗਦਾ। ਮੈਂ ਪਹਿਲੇ ਕੁਐਸਚਨ ਆਪਾਂ ਬੁੱਝ ਲੈਂਦੇ ਹਾਂ, ਉਹ ਮਗਰੋਂ ਆ ਜਾਂਦਾ 51 ਏ ਦੇ ਵਿੱਚ। ਸਹੀ ਮਿਲਾਨ ਕਰੋ, ਫਿਰ ਆ ਗਿਆ। ਲਓ ਮਿਲਾਨ ਆਪਣਾ ਕਰਾ ਹੀ ਪਿਆ। 15ਵਾਂ ਭਾਗ ਆ ਜਿਹੜਾ ਕਿਹਦੇ ਨਾਲ ਸੰਬੰਧਿਤ ਹੈ ਜੀ? ਇਹ ਦੁਬਾਰੇ ਕਰ ਦਿੰਦੇ ਆਪਾਂ, ਤੁਹਾਡੀ ਰੂਹ ਰਾਜੀ ਹੋਣੀ ਚਾਹੀਦੀ ਹੈ। ਚੋਣਾਂ ਸੰਬੰਧੀ, ਠੀਕ ਹੈ ਨਾ। 15ਵਾਂ ਭਾਗ ਹੁਣ ਚੋਣਾਂ ਆਉਣੀਆਂ ਨੇ ਨਾ, ਚੋਣਾਂ ਸੰਬੰਧੀ ਹੈ ਇਹ। ਡਿਟੇਲ 'ਚ ਫਿਰ ਆਪਾਂ ਕਰਾਂਗੇ। 20ਵਾਂ ਭਾਗ ਆ ਜਿਹੜਾ ਇਹ ਸੰਵਿਧਾਨਕ ਸੋਧ ਸੰਬੰਧੀ ਹੈ। 18ਵਾਂ ਭਾਗ ਹੈ ਜੀ ਜਿਹੜਾ ਸੰਕਟਕਾਲੀਨ ਸ਼ਕਤੀਆਂ ਨੇ ਇਹਦੇ ਵਿੱਚ। 11ਵਾਂ ਭਾਗ ਹੈ ਜੀ ਇਹਦੇ 'ਚ ਕੇਂਦਰ ਅਤੇ ਰਾਜਾਂ ਦੇ ਸੰਬੰਧ ਨੇ, ਠੀਕ ਹੈ। ਇਹ ਅਨੁਸੂਚੀਆਂ ਦੇ ਵਿੱਚ ਅਲੱਗ ਤਰ੍ਹਾਂ ਮਤਲਬ ਚੀਜ਼ਾਂ ਦੱਸੀਆਂ ਨੇ। ਅਤੇ ਭਾਗ ਕਿਹੜਾ ਗਾ, ਆਰਟੀਕਲ ਕਿਹੜਾ, ਭਾਗ ਕਿਹੜਾ, ਇਹ ਆਪਾਂ ਯਾਦ ਰੱਖਣੇ ਹੋਣਗੇ। ਅਤੇ ਆਪਾਂ ਇਹ ਵਧੀਆ ਤਰੀਕੇ ਨਾਲ ਯਾਦ ਕਰ ਲਾਂਗੇ ਵੀ ਬੇਫਿਕਰ ਰਹੋ। 130 ਨੰਬਰ ਕੁਐਸਚਨ ਹੈ ਜੀ, ਸੰਪੱਤੀ ਦੇ ਅਧਿਕਾਰ ਨੂੰ 44ਵੀਂ ਸੰਵਿਧਾਨਕ ਸੋਧ ਰਾਹੀਂ ਕਿਸ ਆਰਟੀਕਲ ਵਿੱਚ ਦਰਜ ਕੀਤਾ ਗਿਆ?
ਸੰਪत्ति ਦਾ ਅਧਿਕਾਰ ਸੀਗਾ ਜੀ ਜਿਹੜਾ, ਇਹਨੂੰ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ। ਅਤੇ ਪਹਿਲਾਂ ਹੀ ਮੌਲਿਕ ਅਧਿਕਾਰਾਂ ਦੇ ਵਿੱਚ ਸ਼ਾਮਲ ਸੀਗਾ, ਠੀਕ ਹੈ। ਮੌਲਿਕ ਅਧਿਕਾਰਾਂ 'ਚੋਂ ਹਟਾਤਾ ਇਹਨੂੰ 44ਵੀਂ ਸੰਵਿਧਾਨਕ ਸੋਧ ਰਾਹੀਂ ਇਹਨੂੰ ਕਿਸੇ ਹੋਰ ਆਰਟੀਕਲ 'ਚ ਠੋਕਿਆ ਚੱਕ ਕੇ। ਕਿਹੜਾ ਆਰਟੀਕਲ ਆ ਉਹ? ਆਰਟੀਕਲ 300A। ਵਿੱਤ ਕਮਿਸ਼ਨ ਦੀ ਵਿਵਸਥਾ ਕਿਸ ਆਰਟੀਕਲ ਦੇ ਅੰਤਰਗਤ ਕੀਤੀ ਜਾਂਦੀ ਹੈ? ਵਿੱਤ ਕਮਿਸ਼ਨ ਦੀ ਆਰਟੀਕਲ 280। ਸਹੀ ਮਿਲਾਨ ਕਰਨਾ ਜੀ, ਫੇਰ ਕੀਤਾ ਪਿਆ ਆਪਣਾ। ਇਹ ਆ ਗਿਆ ਜੀ ਅਮਰੀਕਾ। ਅਨੁਛੇਦ ਸੰਵਿਧਾਨ ਅਨੁਛੇਦ ਕਿਹੜਾ ਜੀ ਇਹ? 7। ਭਾਰਤ 395, ਚੀਨ ਦੇ 138, ਆਸਟ੍ਰੇਲੀਆ ਦੇ 128। ਕਿਹੜੇ ਦੇਸ਼ ਦੇ ਸੰਵਿਧਾਨ ਦੇ ਕਿੰਨੇ ਅਨੁਛੇਦ ਨੇ? ਠੀਕ ਆ, ਉਹ ਇਹਦੇ 'ਚ ਇਹ 395 ਆਪਣੇ ਮੂਲ ਸੰਵਿਧਾਨ ਦੀ ਗੱਲ ਹੋ ਰਹੀ ਹੈ, ਕਿਉਂਕਿ ਹੁਣ ਤਾਂ 444 43 ਦੇ 2 ਪਲੱਸ ਹੋ ਗਏ, ਠੀਕ ਹੈ ਨਾ। 395 ਮੂਲ ਸੰਵਿਧਾਨ ਦੇ ਆ। ਪ੍ਰਸਤਾਵਨਾ ਨਾਲ ਆਰੰਭ ਹੋਣ ਵਾਲਾ ਵਿਸ਼ਵ ਦਾ ਪਹਿਲਾ ਸੰਵਿਧਾਨ ਕਿਹੜਾ ਹੈ? ਦਾ ਜੀ ਇਹ ਆਉਂਦਾ ਨਾ ਸਵਾਦ ਹੈ ਜੇ ਕੁਐਸਚਨ ਪੜ੍ਹ ਕੇ। ਪ੍ਰਸਤਾਵਨਾ ਨਾਲ, ਜਿਹਦੀ ਸ਼ੁਰੂਆਤ ਪ੍ਰਸਤਾਵਨਾ ਨਾਲ ਹੁੰਦੀ ਆ, ਵਿਸ਼ਵ ਦਾ ਪਹਿਲਾ ਸੰਵਿਧਾਨ ਕਿਹੜਾ ਸੀ? ਅਮਰੀਕਾ। ਪਹਿਲਾਂ ਇੱਥੇ ਭਾਰਤ ਨਾਲ ਠੋਕ ਦਿਓ, ਇਹ ਯਾਦ ਰੱਖਣੀ ਆ। ਆਪਾਂ ਤਾਂ ਆਪ ਪ੍ਰਸਤਾਵਨਾ ਕਿਸੇ ਦੂਜੇ ਦੇਸ਼ ਤੋਂ ਲਈ ਆ। ਇਹਨਾਂ ਨੇ ਵਿਸ਼ਵ ਦਾ ਪਹਿਲਾ ਪੁੱਛਿਆ, ਵਿਸ਼ਵ ਦਾ ਪਹਿਲਾ। ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ, ਫਟਾਫਟ ਭਾਰਤ 'ਤੇ ਨਹੀਂ ਲਾ ਦੇਣਾ। ਹਾਂ ਬੇਸ਼ੱਕ ਭਾਰਤ ਦੀ ਪ੍ਰਸਤਾਵਨਾ ਵੀ ਭਾਰਤ ਦਾ ਸੰਵਿਧਾਨ ਵੀ ਪ੍ਰਸਤਾਵਨਾ ਨਾਲ ਸ਼ੁਰੂ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਆਪਾਂ ਤਾਂ ਕਿਸੇ ਦੇਸ਼ ਤੋਂ ਲਈ ਹੈ ਪ੍ਰਸਤਾਵਨਾ, ਇਹਦਾ ਮਤਲਬ ਭਾਰਤ ਦਾ ਇਹਦਾ ਆਨਸਰ ਹੋ ਹੀ ਨਹੀਂ ਸਕਦਾ, ਠੀਕ ਹੈ ਨਾ। ਅਮਰੀਕਾ ਇਹਦਾ ਰਾਈਟ ਆਨਸਰ ਹੈ। ਭਾਰਤੀ ਸੰਵਿਧਾਨਕ ਸੋਧ ਸੰਬੰਧੀ ਅਨੁਛੇਦ ਕਿਹੜਾ ਗਾ? ਸੰਵਿਧਾਨਕ ਸੋਧ ਸੰਬੰਧੀ ਜਿਹੜੇ ਅਨੁਛੇਦ ਦੇ ਤਹਿਤ ਅਸੀਂ ਸੋਧ ਕਰ ਸਕਦੇ ਹਾਂ, ਸਾਨੂੰ ਸੋਧ ਕਰਨ ਦਾ ਅਧਿਕਾਰ ਆ ਜਿਹੜਾ ਦਿੰਦਾ ਅਨੁਛੇਦ 368 ਆ। ਕੁਐਸਚਨ ਨੰਬਰ 135, ਕਿਸ ਦੇਸ਼ ਦਾ ਲਿਖਤੀ ਸੰਵਿਧਾਨ ਸਭ ਤੋਂ ਛੋਟਾ ਹੈ? ਦੱਸੋ ਵੀ, ਸਭ ਤੋਂ ਛੋਟਾ ਲਿਖਤੀ ਸੰਵਿਧਾਨ ਕਿਹੜੇ ਦੇਸ਼ ਦਾ ਗਾ ਜੀ? ਮੋਨਾਕੋ। ਆ ਗਿਆ ਜੀ ਸੰਵਿਧਾਨ ਦੀ ਕੁੰਜੀ, ਸੰਵਿਧਾਨ ਦੀ ਆਤਮਾ ਕਿਸ ਨੂੰ ਕਿਹਾ ਜਾਂਦਾ ਹੈ? ਇਹ ਕਿਹਾ ਜਾਂਦਾ ਜੀ ਪ੍ਰਸਤਾਵਨਾ ਨੂੰ, ਠੀਕ ਹੈ। ਯਾਦ ਰੱਖਣੀ ਗੱਲ। ਡਾਕਟਰ BR ਅੰਬੇਦਕਰ ਨੇ, ਇੱਥੇ ਹੁਣ ਤੁਸੀਂ ਇੱਕ ਕੁਐਸਚਨ ਦਾ ਉੱਤਰ ਦੇਣਾ ਮੈਨੂੰ। 136 ਨੰਬਰ ਪਾ ਕੇ ਨਾ, ਪੁਆਇੰਟ ਪਾ ਕੇ ਤੁਸੀਂ ਆਨਸਰ ਦੇਣਾ। ਆਨਸਰ ਦੇ ਦਿਆ ਕਰੋ, ਨਾਲੇ ਘੁੱਗੂ ਵਾਂਗੂ ਚੁੱਪ ਕਰਕੇ ਨਾ ਬੈਠੇ ਰਿਹਾ ਕਰੋ। 136 ਨੰਬਰ ਕੁਐਸਚਨ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਤੁਹਾਨੂੰ ਮਿਲਦਾ ਜੁਲਦਾ ਕੁਐਸਚਨ ਹੈ ਕਿ ਡਾਕਟਰ BR ਅੰਬੇਦਕਰ ਨੇ ਕਿਹੜੇ ਆਰਟੀਕਲ ਨੂੰ ਉਹਦਾ ਸੰਵਿਧਾਨ ਦਾ ਦਿਲ ਕਿਹਾ? ਸੰਵਿਧਾਨ ਦੇ ਉਹਨਾਂ ਨੇ ਵੀ ਕਿਹਾ ਨਾ ਕਿਸੇ ਆਰਟੀਕਲ ਨੂੰ, ਕਿਹੜੇ ਨੂੰ ਕਿਹਾ ਉਹਨਾਂ ਨੇ? ਇਹ ਤੁਸੀਂ ਧਿਆਨ ਨਾਲ ਮੈਨੂੰ ਪੜ੍ਹ ਕੇ ਦੱਸ ਦਿਓ ਜਿਹਨਾਂ ਨੂੰ ਨਹੀਂ ਪਤਾ। ਹੋ ਸਕਦਾ ਅੱਗੇ ਇਹ ਕੁਐਸਚਨ ਆ ਵੀ ਜਾਵੇ ਆਪਣੇ ਕੋਲੇ। ਕਿਸ ਮੁਕੱਦਮੇ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਅਟੁੱਟ ਅੰਗ ਦੱਸਿਆ? ਦੱਸੋ ਵੀ। ਰਾਈਟ ਆਨਸਰ 137 ਨੰਬਰ ਕੁਐਸਚਨ ਦਾ LIC ਆਫ ਇੰਡੀਆ ਕੇਸ। ਜਿਹੜੇ ਇਹ ਨੇ ਨਾ ਆਪਣੇ ਬੀਰੂਵਾਰੀ ਯੂਨੀਅਨ ਕੇਸ, ਗੋਲਕਨਾਥ ਕੇਸ, ਮਿਨਰਵਾ ਮਿਲਜ਼ ਕੇਸ, ਇਹਨਾਂ ਸਾਰਿਆਂ ਬਾਰੇ ਸੈਪਰੇਟ ਵੀਡੀਓ ਬਣਾਵਾਂਗੇ ਵੱਖਰੀ, ਡਿਟੇਲ ਦੇ ਵਿੱਚ ਤੁਹਾਨੂੰ ਦੱਸੂਗਾ। ਇਹ ਪਾਪਾ ਸੁਣੇ ਤਾਂ ਕਈ ਵਾਰੀ ਨੇ, ਤੁਸੀਂ ਡਿਟੇਲ 'ਚ ਹਲੇ ਨਹੀਂ ਪੜ੍ਹੇ ਹੋਣੇ ਬਹੁਤ ਬੱਚਿਆਂ ਨੇ। ਆਪਾਂ ਡਿਟੇਲ 'ਚ ਕਰਾਂਗੇ ਵੀ ਕੇਸ ਸ਼ੁਰੂ ਕਿੱਥੋਂ ਹੋਏ, ਠੀਕ ਹੈ ਨਾ। ਸੁਪਰੀਮ ਕੋਰਟ ਨੇ ਉਹਦੇ ਪ੍ਰਤੀ ਕੀ ਫੈਸਲੇ ਦਿੱਤੇ, ਸੰਵਿਧਾਨ 'ਤੇ ਉਹਦਾ ਕੀ ਅਸਰ ਪਿਆ।
ਇਹਨਾਂ ਨਾਲ ਸੰਬੰਧਿਤ ਇੱਕ ਦੋ ਕੁਐਸਚਨ ਆਉਣੇ ਹੀ ਆਉਣੇ ਹੁੰਦੇ ਆ, ਠੀਕ ਹੈ ਨਾ। ਯਾਦ ਰੱਖਿਓ, ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਹਾਂ, ਇਸ ਵਾਰ ਵੀ ਆਊਗਾ। ਓਕੇ, ਸੋ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਅਗਲੀ ਵੀਡੀਓ ਦੇ ਵਿੱਚ ਮੌਲਿਕ ਅਧਿਕਾਰ, ਮੌਲਿਕ ਕਰਤੱਵਾਂ ਨਾਲ ਸੰਬੰਧਿਤ ਨੇ MCQ ਜਿਹੜੇ ਆਪਾਂ ਸਟਾਰਟ ਕਰਦੇ ਹਾਂ, ਅਤੇ ਇਹ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦੇਣੀ ਆ। ਆਪਦਾ ਫਰਜ਼ ਸਮਝਦੇ ਹੋਏ ਕਰ ਭਲਾ ਹੋ ਭਲਾ ਵਾਲੀ ਪੋਲਿਸੀ 'ਤੇ ਆਪਾਂ ਚੱਲਣਾ, ਅਤੇ ਕਿਸੇ ਨੇ ਕੰਜੂਸੀ ਜਿਹੀ ਨਹੀਂ ਕਰਨੀ ਵੀ ਸ਼ੇਅਰ ਨਹੀਂ ਕਰਨਾ ਵੀ ਕਿਸੇ ਤੱਕ ਪਹੁੰਚ ਨਾ ਜਾਵੇ, ਹੈ ਨਾ। ਕਈ ਵਾਰੀ ਐਂ ਹੁੰਦਾ ਵੀ ਯਾਰ ਕਿਸੇ ਹੋਰ ਨੇ ਪੜ੍ਹ ਲਿਆ, ਪਤਾ ਨਹੀਂ ਮੈਥੋਂ ਗਾਹਾਂ ਲੰਘ ਜੂ। ਹੁਣ ਤਾਂ ਬਹੁਤ ਕੁਛ ਪਿਆ YouTube 'ਤੇ, ਹੈ ਨਾ। ਸੋ ਖਾਸ ਕਰਕੇ ਮੈਂ ਆਪਣੇ ਜਿਹੜੇ ਇਹ ਸਟੂਡੈਂਟ ਮੈਥੋਂ ਪੜ੍ਹ ਰਹੇ ਨੇ, ਮੈਂ ਉਹਨਾਂ ਤੋਂ ਇਹ ਹਰਗਿਜ਼ ਇਹ ਆਸ ਨਹੀਂ ਕਰੂੰਗਾ ਕਿ ਉਹ ਇਸ ਤਰ੍ਹਾਂ ਦਾ ਕੋਈ ਸਾੜਾ ਜਾਂ ਈਰਖਾ ਮਨ ਦੇ ਵਿੱਚ ਰੱਖਣ ਕਿ ਹੋਰਾਂ ਤੱਕ ਇਹ ਚੀਜ਼ ਨਾ ਪਹੁੰਚੇ, ਠੀਕ ਹੈ ਨਾ। ਵੈਸੇ ਵੀ ਚਲੋ ਬੱਚੇ ਤੇ ਆਪਾਂ ਜਿਹੜੇ ਜੁੜੇ ਹੋਏ ਨੇ ਉਹਨਾਂ ਨੇ ਦੇਖੀ ਜਾਣੀ ਹੈ, ਪਰ ਮੈਂ ਤੁਹਾਨੂੰ ਦੁਆਵਾਂ ਦਿੰਦਾ ਕਿ ਸਾਫ਼ ਦਿਲ ਦੇ ਨਾਲ ਵੀਡੀਓ ਨੂੰ ਜਿਹੜੇ ਸ਼ੇਅਰ ਕਰ ਦੇਣਗੇ ਔਰ ਆਪਣੇ ਨਾਲ ਜੁੜੇ ਮਿਹਨਤ ਕਰਦੇ ਰਹਿਣਗੇ, ਸਫਲਤਾ ਤੁਹਾਡੇ ਕਦਮ ਜ਼ਰੂਰ ਚੁੰਮੇ, ਠੀਕ ਹੈ ਨਾ। ਇਹ ਤੁਹਾਡਾ ਨਾਲ ਵਾਅਦਾ ਰਿਹਾ, ਅਤੇ ਦਿਲੋਂ ਸ਼ੁਭਕਾਮਨਾਵਾਂ ਨੇ ਤੁਹਾਨੂੰ। ਹਰ ਮੋੜ 'ਤੇ ਤੁਹਾਡੀ ਇੱਥੇ ਆਪਾਂ ਸਹਾਇਤਾ ਕਰਾਂਗੇ। ਵਧੀਆ ਤੋਂ ਵਧੀਆ ਮਟੀਰੀਅਲ ਤੁਹਾਨੂੰ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਪੜ੍ਹਨ ਲਈ ਵੀ ਪ੍ਰੋਵਾਈਡ ਕਰਾਵਾਂਗੇ। ਇਹਨੂੰ ਲਿਖਣ ਦੇ ਚੱਕਰਾਂ 'ਚ ਨਾ ਪਿਓ, ਸਾਰਾ ਕੁਝ ਤੁਹਾਨੂੰ ਮਿਲ ਜਾਣਾ। ਫਿਲਹਾਲ ਤੁਸੀਂ ਸਿਰਫ ਪੜ੍ਹਦੇ ਜਾਣਾ, ਠੀਕ ਹੈ ਨਾ। ਹਾਂ, ਜਿਹੜੀਆਂ ਆਪਾਂ ਥਿਊਰੀ ਦੀਆਂ ਕਲਾਸਾਂ ਲਾਵਾਂਗੇ ਉਦੋਂ ਤੁਸੀਂ ਆਪਦਾ ਰਜਿਸਟਰ 'ਤੇ ਇੱਕ ਪੈਨ ਨਾਲ ਲੈ ਕੇ ਬਹਿਣਾ। ਜਲਦੀ ਸ਼ੁਰੂ ਕਰ ਦਿਆਂਗੇ ਇਹ ਸਾਰੀਆਂ। ਮੈਂ ਕੁਛ ਕੁ ਦਿਨਾਂ ਦੇ ਵਿੱਚ ਇਹ ਸਾਰੇ ਸਵਾਲ ਆਪਾਂ ਖ਼ਤਮ ਕਰ ਦੇਣੇ। 1500 ਤੋਂ ਪਲੱਸ ਕੁਐਸਚਨ ਹੋਣਗੇ ਜਿਹੜੇ ਕਿ ਬਹੁਤ ਇੰਪੋਰਟੈਂਟ ਕੁਐਸਚਨ ਨੇ, ਬਾਰ-ਬਾਰ ਆਏ ਹੋਏ ਕੁਐਸਚਨ ਨੇ, ਠੀਕ ਹੈ ਨਾ, ਪੇਪਰਾਂ ਦੇ ਵਿੱਚ। ਸੋ ਇੱਥੋਂ ਆਪਾਂ ਇਹ ਵੀਡੀਓ ਸਮਾਪਤ ਕਰਦੇ ਹਾਂ। ਧੰਨਵਾਦ ਜੁੜੇ ਰਹਿਣ ਦੇ ਲਈ। ਅਗਲੀ ਵੀਡੀਓ ਦੇ ਵਿੱਚ ਜਲਦੀ ਮਿਲਦੇ ਹਾਂ।